ਨਰਸਿੰਗ ਸਟਾਫ ਦੇ ਵਿੱਚ ਇਸ ਟਾਈਮ ਬਿਲਕੁਲ ਜਿਹੜਾ ਹੈਗਾ ਉਹ ਅਸਮੰਜਸ ਦਾ ਮਾਹੌਲ ਹੈ। ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜੇ ਇਹਨਾਂ ਨੂੰ ਜੋ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਹ ਜਿਹੜਾ ਧਰਨਾ ਹੈ ਉਹ ਲੰਬਾ ਚੱਲੇਗਾ। ਤੇ ਗੱਲ ਕਰਦੇ ਹਾਂ ਜਿਹੜਾ ਈਵਨਿੰਗ ਟਾਈਮ ਦੇ ਵਿੱਚ ਨਰਸਿਸ ਸਟਾਫ, ਕਿਉਂਕਿ ਮਾਰਨਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਸ਼ਿਫਟ ਹੈ ਉਹ ਹੁੰਦੀ ਹੈ। ਜਿਹੜੀਆਂ ਨਰਸਿਸ ਨੇ ਈਵਨਿੰਗ ਦੇ ਵਿੱਚ ਆਈਆਂ ਨੇਗੀਆਂ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੀਆਂ ਨੇ ਇਸ ਬਾਰੇ। ਵੀ ਤੁਸੀਂ ਦੱਸੋ ਮੈਮ, ਜਿਹੜੇ ਤੁਹਾਡਾ ਜਿਹੜਾ ਧਰਨਾ ਹੈ ਇਹ ਕਿਸ ਦੇ ਰਿਗਾਰਡਿੰਗ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤਾਂ ਸਾਡਾ ਜਿਹੜਾ ਡੈਜ਼ਿਗਨੇਸ਼ਨ ਹੈ ਅਸੀਂ ਉਹਦੇ ਰਿਗਾਰਡਿੰਗ ਗੱਲ ਕਰਨਾ ਚਾਹੁੰਦੇ ਹਾਂ। ਜਿਵੇਂ ਬਾਕੀ ਸਾਰੀਆਂ ਸਟੇਟਸ ਦੇ ਵਿੱਚ ਸਾਡਾ ਡੈਜ਼ਿਗਨੇਸ਼ਨ ਚੇਂਜ ਹੋ ਚੁੱਕਿਆ, ਨਰਸਿੰਗ ਆਫਿਸਰ ਬਣਾ ਦਿੱਤਾ ਗਿਆ, ਬਟ ਸਾਨੂੰ ਕਿਹਾ ਬਹੁਤ ਵਾਰੀ ਗਿਆ ਬਟ ਸਾਡਾ ਕਿਸੇ ਨੇ ਕੋਈ ਨੋਟੀਫਿਕੇਸ਼ਨ ਨਹੀਂ ਕੀਤੀ। ਪਹਿਲਾਂ ਵੀ ਅਸੀਂ ਸਟ੍ਰਾਈਕਸ ਕੀਤੀਆਂ ਨੇ, ਪਹਿਲਾਂ ਵੀ ਸਾਨੂੰ ਐਂ ਕਹਿ ਕੇ ਟਾਲ ਦਿੱਤਾ ਜਾਂਦਾ ਸੀਗਾ, ਸਾਡੀ ਗੱਲ ਕਿਸੇ ਨੇ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਲੈ ਕੇ ਆਉਂਦੀ। ਇਸ ਕਰਕੇ ਹੁਣ ਜਦ ਤੱਕ ਸਾਡਾ ਨੋਟੀਫਿਕੇਸ਼ਨ ਨਹੀਂ ਹੁੰਦਾ, ਸਾਨੂੰ ਲਿਖਤੀ ਰੂਪ ਵਿੱਚ ਨਹੀਂ ਮਿਲਦਾ, ਅਸੀਂ ਆਪਣੀ ਸਟ੍ਰਾਈਕ ਕੰਟੀਨਿਊ ਰੱਖਾਂਗੇ। ਤੁਸੀਂ ਕਹਿਣਾ ਚਾਹੁੰਦੇ ਹੋ ਵੀ ਤੁਹਾਨੂੰ ਨਰਸਿੰਗ ਆਫੀਸਰਸ ਕਿਹਾ ਜਾਵੇ, ਇਹੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਨਰਸਿੰਗ ਆਫੀਸਰਸ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਨੋਮੀਨੇਟ ਕੀਤਾ ਜਾਵੇ, ਇਹੀ ਕਹਿਣਾ ਚਾਹੁੰਦੇ ਹੋ? ਸੋ ਮੈਮ ਤੁਸੀਂ ਤੁਹਾਡੀ ਗ੍ਰੇਡ ਪੇ ਦੀ ਕੋਈ ਗੱਲ ਹੈਗੀ? ਹਾਂਜੀ ਹਾਂਜੀ ਹਾਂ, ਕਿਵੇਂ ਕਹਿੰਦੇ ਹੋ ਵੀ ਤੁਹਾਡਾ ਗ੍ਰੇਡ ਪੇ ਦਾ ਕੀ ਸਿਸਟਮ ਹੋਣਾ ਚਾਹੀਦਾ? ਜੋ ਵੀ ਸਾਡੇ ਮਤਲਬ ਜਿਵੇਂ ਵੀ ਸਾਨੂੰ ਜੇ 4600 ਸੀਗਾ ਮਤਲਬ ਉਹ ਜੋ ਵੀ ਸਾਡੇ ਅਕੋਰਡਿੰਗ ਹੋਣਾ ਚਾਹੀਦਾ ਹੈ। ਤਾਂ ਕੁਝ ਜਿਹੜੇ ਸਟਾਫ ਨੇ ਉਹ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਇਹਨਾਂ ਦਾ ਜਿਹੜਾ ਗ੍ਰੇਡ ਪੇ ਹੈ ਉਹ ਵਧਣਾ ਚਾਹੀਦਾ, ਜਿਵੇਂ ਕਿ ਮਾਰਨਿੰਗ ਸਟਾਫ ਸਾਡਾ ਘਟਾਇਆ ਗਿਆ ਗ੍ਰੇਡ। ਇਹ ਕਹਿੰਦੇ ਵੀ ਸਾਡਾ ਹਾਂਜੀ ਮੈਮ ਸਾਡਾ ਗ੍ਰੇਡ ਪੇ ਪਹਿਲਾਂ 4600 ਸੀਗਾ, ਹੁਣ ਘਟਾ ਕੇ 3200 ਕਰ ਦਿੱਤਾ ਗਿਆ ਹੈ। ਮਤਲਬ ਤੁਹਾਡੀ ਡਿਮੋਸ਼ਨ ਕਰਤੀ ਹੈ? ਹਾਂਜੀ, ਡਿਮੋਸ਼ਨ ਕਰ ਦਿੱਤੀ ਗਈ ਹੈ। ਸੋ ਇਹਨਾਂ ਦਾ ਇਹ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਹੈਗਾ ਇਹਨਾਂ ਦਾ ਗ੍ਰੇਡ ਪੇ ਆ ਉਹ ਵਧਾਇਆ ਜਾਵੇ ਤੇ ਇਹਨਾਂ ਨੂੰ ਨਰਸਿਸ ਦੀ ਜਗ੍ਹਾ ਨਰਸਿੰਗ ਆਫੀਸਰਸ ਇਹਨਾਂ ਦਾ ਜਿਹੜਾ ਨਾਮ ਹੈ ਇਹਨੂੰ ਨੋਮੀਨੇਟ ਕੀਤਾ ਜਾਵੇ। ਸੋ ਜਿਹੜੀਆਂ ਮੰਗਾਂ ਨੇ ਉਹ ਇਹਨਾਂ ਦੀਆਂ ਸਾਫ਼ ਤੌਰ ਤੇ ਨੇ, ਜਦ ਤੱਕ ਇਹਨਾਂ ਦੀਆਂ ਮੰਗਾਂ ਇਹ ਕਹਿੰਦੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ। ਡਿਸਕ੍ਰਿਮੀਨੇਸ਼ਨ ਵੀ ਹੁੰਦੀ ਹੈ ਹਾਂਜੀ, ਕੀ ਕਹਿੰਦੇ ਹੋ? ਸਾਡੇ ਨਾਲ ਡਿਸਕ੍ਰਿਮੀਨੇਸ਼ਨ ਵੀ ਹੋ ਰਹੀ ਹੈ ਕਿਤੇ ਨਾ ਕਿਤੇ। ਜਿੱਦਾਂ ਕਿ ਸਾਡੀ ਬੇਸਿਕ ਪੇ ਹੈ ਜਿਹੜੀ ਉਹ ਜਦੋਂ ਅਸੀਂ ਜੁਆਇਨ ਕਰਦੇ ਹਾਂ ਸਾਨੂੰ ਇੱਕ ਫਿਕਸ ਕੀਤੀ ਗਈ ਹੈ 10,000 ਕੁਛ ਦੇ ਨੇੜੇ ਤੇੜੇ, ਜਿਸ 'ਚੋਂ ਸਾਨੂੰ ਕੱਟ ਕਟਾ ਕੇ 9700 ਰੁਪਈਆ ਮਿਲਦਾ ਹੈ। ਜਦ ਕਿ ਡਾਕਟਰਸ ਨੇ ਇੱਕ ਟਾਈਮ 'ਤੇ ਇਹ ਜਵਾਬ ਦਿੱਤਾ ਸੀ ਕਿ ਅਸੀਂ ਨਹੀਂ ਲੈਂਦੇ ਤਾਂ ਉਹਨਾਂ ਨੂੰ ਫੁੱਲ ਸੈਲਰੀ 'ਤੇ ਰੱਖਣਾ ਸ਼ੁਰੂ ਕਰ ਦਿੱਤਾ ਸੀ। ਪਰ ਸਾਡੇ ਨਾਲ ਇੱਦਾਂ ਦਾ ਕੁਝ ਵੀ ਨਹੀਂ ਵਿਵਹਾਰ ਹੋਇਆ, ਇਹਨਾਂ ਨੇ ਬਿਲਕੁਲ ਹੀ ਚੇਂਜ ਨਹੀਂ ਕੀਤਾ ਕੁਝ ਵੀ। ਅਸੀਂ ਅੱਜ ਵੀ ਬੇਸਿਕ ਪੇ 'ਤੇ ਸਾਡੇ ਬੱਚੇ ਜੁਆਇਨ ਕਰਦੇ ਹਾਂ, ਜਿਹੜਾ ਕਿ ਸਹੀ ਨਹੀਂ ਹੈ। ਜਦ ਕਿ ਸਾਡਾ ਕੰਮ ਉਹਨਾਂ ਦੇ ਅਕੋਰਡਿੰਗ, ਸਾਡਾ ਕੰਮ ਜ਼ਿਆਦਾ, ਅਸੀਂ ਸਾਰਾ ਦਿਨ ਹਸਪੀਟਲ 'ਚ ਆਪਣੇ ਬੱਚੇ ਛੱਡ ਕੇ ਦਿਨ ਰਾਤ ਇੱਥੇ ਲੱਗੇ ਰਹਿੰਦੇ ਹਾਂ, ਡਿਊਟੀਜ਼ ਕਰਦੇ ਹਾਂ, ਤਾਂ ਸਾਨੂੰ ਉਹਨਾਂ ਦੇ ਅਕੋਰਡਿੰਗ ਬੈਨੀਫਿਟਸ ਵੀ ਨਹੀਂ ਮਿਲਦੇ। ਬੈਠਦੇ ਅਸੀਂ ਇੱਥੇ ਸਾਰਾ ਦਿਨ ਤੇ ਅਸੀਂ ਬੇਸਿਕ ਪੇ ਲੈ ਰਹੇ ਹਾਂਗੇ, ਉਹ ਸਾਡੇ ਤੋਂ ਬਿਨਾਂ ਫੁੱਲ ਸੈਲਰੀ ਲੈ ਰਹੇ ਨੇ, ਉਹ ਵੀ ਪੂਰੀ ਨਹੀਂ ਮਿਲਦੀ। 18 ਸਾਨੂੰ ਲਿਖਤੀ ਮਤਲਬ ਸਾਡੇ ਨਾਲ ਤਾਂ ਗਵਰਨਮੈਂਟ ਨੇ ਇੱਕ ਲੋਲੀਪੌਪ ਵਾਲਾ ਕੰਮ ਕੀਤਾ ਸੀ ਕਿ ਤੁਹਾਨੂੰ ਦੱਸਿਆ ਸੀ ਤੁਹਾਡੇ ਕਾਗਜ਼ਾਂ 'ਚ 18,300 ਤੁਹਾਨੂੰ ਮਿਲੇਗੀ ਬੇਸਿਕ ਪੇ, ਜਦ ਕਿ ਮਿਲੀ ਸੀ ਸਾਨੂੰ ਸਿਰਫ 9700 ਰੁਪਈਆ ਜਦੋਂ ਅਸੀਂ ਜੁਆਇਨ ਕੀਤਾ ਸੀ। ਤਾਂ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਿਰ ਸਾਨੂੰ ਲੱਗਦਾ ਕਿ ਸਾਡੇ ਕੰਮ ਦੀ ਵੈਲਿਊ ਹੀ ਹੈ ਨਹੀਂ ਹੈ। ਹੁਣ ਸਾਨੂੰ ਜੇ 4600 ਤੋਂ 3200 ਕਹਿ ਰਹੇ ਨੇ ਤੇ ਤਾਂ ਸਾਡੇ ਉੱਤੇ ਇੱਕ ਸਾਫ਼ ਸਾਡੀ ਬੇਇੱਜ਼ਤੀ ਵਾਲੀ ਗੱਲ ਹੈ ਨਾ ਕਿ ਸਾਡੇ ਪ੍ਰੋਫੈਸ਼ਨ ਦੀ ਕੋਈ ਇੱਜ਼ਤ ਹੀ ਹੈ ਨਹੀਂ ਹੈ। ਤਾਂ ਅਸੀਂ ਇਸ ਚੀਜ਼ ਨੂੰ ਅਸੈਪਟ ਨਹੀਂ ਕਰਾਂਗੇ ਜਿੰਨਾ ਚਿਰ ਤੱਕ ਨਹੀਂ ਇਹ ਕੁਝ ਸਾਨੂੰ ਸੋਲੂਸ਼ਨ ਦਿੰਦੇ, ਆਪਾਂ ਨਹੀਂ ਉੱਠਾਂਗੇ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਇਹ ਐਜੀਟੇਸ਼ਨ ਕਰ ਰਹੇ ਹੋ, ਇਸ ਐਜੀਟੇਸ਼ਨ ਦਾ ਜਿਹੜਾ ਮਰੀਜ਼ਾਂ ਦੇ ਜਿਹੜੇ ਮਰੀਜ਼ ਜਿਨ੍ਹਾਂ ਦਾ ਕਿ ਕੋਈ ਕਸੂਰ ਨਹੀਂ ਹੈ ਤੇ ਉਹਨਾਂ ਦਾ ਇਸ 'ਤੇ ਬਿਲਕੁਲ ਡਾਇਰੈਕਟਲੀ ਤੌਰ 'ਤੇ ਨਾ ਇਸ ਚੀਜ਼ ਦਾ ਫਰਕ ਪਏਗਾ? ਬਿਲਕੁਲ ਹੀ ਬਿਲਕੁਲ ਪੈ ਵੀ ਰਿਹਾ ਜੀ। ਸਾਨੂੰ ਖੁਦ ਨੂੰ ਵੀ ਫੀਲ ਹੋ ਰਿਹਾ ਹੈ ਕਿ ਹਾਂ ਜਿੰਨਾ ਜਲਦੀ ਹੋ ਸਕਦੀ ਹੈ ਸਰਕਾਰ ਸਾਡੀਆਂ ਮਤਲਬ ਗੱਲ ਨੂੰ ਮੰਨੇ, ਸਾਨੂੰ ਅਸੈਪਟ ਕਰੇ, ਕੁਛ ਨਾ ਕੁਛ ਤਾਂ ਇੱਦਾਂ ਦਾ ਮਤਲਬ ਕੁਛ ਤਾਂ ਕਰੇ ਕਿ ਹਾਂ ਸਾਨੂੰ ਵੀ ਦਿਲਾਸਾ ਹੋਵੇ ਕਿ ਅਸੀਂ ਕੰਮ ਕਰੀਏ। ਮਰੀਜ਼ ਸਾਡੇ ਬਿਲਕੁਲ ਸਾਡੀ ਅੱਖਾਂ ਦੇ ਸਾਹਮਣੇ, ਸਾਡੇ ਆਲੇ ਦੁਆਲੇ ਵੀ ਫਿਰਦੇ ਰਹਿੰਦੇ ਕਿ ਸਾਡਾ ਕੰਮ ਕਰੋ, ਕਿਉਂਕਿ ਉਹਨਾਂ ਨੂੰ ਕੋਈ ਡਾਕਟਰ ਨਹੀਂ ਦੇਖ ਸਕਦਾ। ਜੋ ਕੰਮ ਅਸੀਂ ਕਰਨਾ ਉਹ ਕੋਈ ਨਹੀਂ ਕਰ ਸਕਦਾ, ਤੇ ਜੇ ਕਰ ਸਕਦੇ ਨੇ ਤਾਂ ਫਿਰ ਕਰਵਾ ਕੇ ਦੇਖ ਲੈਣ। ਜੇ ਉਹਨਾਂ ਨੂੰ ਲੱਗਦਾ ਹੈ ਕਿ ਕਰ ਸਕਦਾ ਕੋਈ ਤਾਂ ਕਰਵਾ ਲੈਣ ਬਿਲਕੁਲ। ਪਰ ਸਾਨੂੰ ਵੀ ਦਿਖ ਰਿਹਾ ਕਿ ਮਰੀਜ਼ ਬਿਲਕੁਲ ਉਹਨਾਂ ਨੂੰ ਫਰਕ ਪੈ ਰਿਹਾ, ਉਹ ਬਹੁਤ ਹਰਾਸ ਹੋ ਰਹੇ ਨੇ ਇਸ ਟਾਈਮ। ਸੋ ਇਹ ਸਨ ਨਰਸਿੰਗ ਜਿਹੜੇ ਸਟਾਫ ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹਨਾਂ ਦਾ ਜਿਹੜਾ ਧਰਨਾ ਇਸ ਤਰ੍ਹਾਂ ਹੀ ਜਾਰੀ ਰਹੂਗਾ। ਤੇ ਉਹ ਇਸ ਗੱਲ ਤੋਂ ਵੀ ਆਹਤ ਨੇ ਕਿ ਜਿਹੜੇ ਮਰੀਜ਼ ਨੇ ਉਹ ਉਹਨਾਂ ਦੇ ਸਾਹਮਣੇ ਬੜੇ ਹੀ ਬੇਬਸ ਨੇ, ਪਰ ਉਹ ਵੀ ਆਪਣੇ ਆਪ 'ਚ ਬੇਬਸ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਉਹਨਾਂ ਨਾਲ ਜਿਹੜਾ ਬਾਇਸਸ ਕੀਤਾ ਜਾਂਦਾ ਹੈ, ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ, ਉਹ ਬਿਲਕੁਲ ਗਲਤ ਹੈ। ਉਹਨਾਂ ਨੂੰ 18,000 ਕੁਛ ਰੁਪਏ 'ਤੇ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਪੇਮੈਂਟ ਇਨ ਹੈਂਡ ਦਿੱਤੀ ਜਾਂਦੀ ਹੈ ਉਹ 9700 ਕੁਛ 9700 ਰੁਪਏ ਕਰਕੇ ਦਿੱਤੀ ਜਾਂਦੀ ਹੈ, ਜੋ ਕਿ ਇੱਕ ਐਕਸਪਲੋਇਟੇਸ਼ਨ ਹੈ ਉਹਨਾਂ ਦੇ ਨਾਲ ਜਿਹੜੀ ਇਹ ਐਕਸਪਲੋਇਟੇਸ਼ਨ ਹੋ ਰਹੀ ਹੈ ਉਹ ਉਸ ਦਾ ਵੀ ਵਿਰੋਧ ਕਰਦੇ ਨੇ। ਤੇ ਉਹ ਫਿਲਹਾਲ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਜੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਇੱਕ ਤਾਂ ਨਰਸਿੰਗ ਆਫੀਸਰਸ ਦਾ ਨਾਮ ਦਿੱਤਾ ਜਾਵੇ ਤੇ ਇੱਕ ਉਹਨਾਂ ਦਾ ਜਿਹੜਾ ਪੇ ਗ੍ਰੇਡ ਘਟਾਇਆ ਉਸ ਨੂੰ ਵਧਾਇਆ ਜਾਵੇ ਤੇ
ਉਹਨਾਂ ਦੇ ਨਾਲ ਜੋ ਵੀ ਡਿਸਕ੍ਰਿਮੀਨੇਸ਼ਨ ਹੋਇਆ ਉਹ ਉਸ ਨੂੰ ਮਿਟਾਇਆ ਜਾਵੇ। ਉਸ ਤੋਂ ਬਾਅਦ ਹੀ ਉਹ ਬਿਲਕੁਲ ਕੰਮ ਤੇ ਆਉਣਗੇ। ਇਸ ਤੋਂ ਪਹਿਲਾਂ ਕੰਮ ਤੇ ਆਉਣਾ ਉਹਨਾਂ ਦੇ ਲਈ ਬਿਲਕੁਲ ਹੀ ਨਾਗਵਾਰ ਹੈ। ਰਜਿੰਦਰਾ ਹਸਪੀਟਲ ਤੇ ਤੋਂ ਬਾਅਦ ਮਾਤਾ ਕੌਸ਼ਲਿਆ ਹਸਪਤਾਲ ਦੇ ਵਿੱਚ ਵੀ ਨਰਸਾਂ ਦੀ ਹੜਤਾਲ ਚੱਲ ਰਹੀ ਹੈ। ਆਲ ਓਵਰ ਪੰਜਾਬ ਦੇ ਵਿੱਚ ਹੜਤਾਲ ਹੈ ਜਿਹੜੀ ਸਟਾਫ ਨਰਸਸ ਦੀ ਗਵਰਨਮੈਂਟ ਇੰਪਲੋਈਜ਼ ਨੇ ਉਹਨਾਂ ਦੀ ਚੱਲ ਰਹੀ ਹੈ। ਤੇ MS ਮੈਮ ਸੰਦੀਪ ਕੌਰ ਸੈਣੀ ਦੇ ਬਿਜ਼ੀ ਹੋਣ ਤੋਂ ਬਾਅਦ ਮੈਡਮ ਸੈਕਿੰਡ ਅਥਾਰਟੀ ਆਰਤੀ ਮੈਮ ਡਾਕਟਰ ਆਰਤੀ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜਾ ਇਹ ਧਰਨਾ ਹੈ ਉਹ ਉਸਦਾ ਜਿਹੜਾ ਸਾਈਡ ਇਫੈਕਟ ਹੈ ਉਹ ਪੇਸ਼ੈਂਟਸ 'ਤੇ ਜੇ ਪੈ ਰਿਹਾ ਤਾਂ ਉਸਦਾ ਕੌਣ ਜ਼ਿੰਮੇਵਾਰ ਹੈ ਤੇ ਇਹਨੂੰ ਕਿਸ ਤਰ੍ਹਾਂ ਰਿਜ਼ੋਲਵ ਕੀਤਾ ਜਾਏਗਾ। ਆਰਤੀ ਮੈਮ ਨਾਲ ਗੱਲ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜੀ ਇਹਨਾਂ ਦੀ ਨਰਸਸ ਦੀ ਹੜਤਾਲ ਚੱਲ ਰਹੀ ਹੈ? ਹਾਂਜੀ, ਨਰਸਿੰਗ ਜਿਹੜਾ ਸਾਡਾ ਕੈਡਰ ਹੈਗਾ ਉਹ 8 ਤਾਰੀਖ ਤੋਂ ਸਟ੍ਰਾਈਕ 'ਤੇ ਹੈਗਾ ਅਤੇ ਹਾਲੇ ਮਤਲਬ ਹੌਸਪੀਟਲ ਦੀ ਜਿਹੜੀ ਐਮਰਜੈਂਸੀ ਹੈ ਅਤੇ ਲੇਬਰ ਰੂਮ ਦਾ ਕੰਮ ਹੈਗਾ ਉਹ ਸਾਡੇ NHM ਦੇ ਸਟਾਫ ਅਤੇ ਜਿਹੜੇ ਕੁਝ ਹੋਰ ਹਾਲੇ ਇਹਨਾਂ 'ਚੋਂ ਨਹੀਂ ਗਏ ਉਹਨਾਂ ਦੇ ਨਾਲ ਚਲਾਇਆ ਜਾ ਰਿਹਾ ਹੈਗਾ। ਅਤੇ ਪਰ ਮੈਮ ਦੇਖਣ 'ਚ ਆਇਆ, ਅਸੀਂ ਵਾਰਡ 'ਚ ਵੀ ਗਏ ਹਾਂ ਕਿ ਪੇਸ਼ੈਂਟਸ ਨੂੰ ਵੀ ਛੁੱਟੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਪੇਸ਼ੈਂਟਸ ਹੈਗੇ ਆ ਉੱਥੇ ਨਰਸਿਸ ਹੈ ਨਹੀਂ ਅਤੇ ਇਨ ਦਾ ਮੀਨ ਟਾਈਮ ਜੇ ਕਿਸੇ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੁੰਦੀ ਹੈ ਤਾਂ ਫਿਰ ਉਸ ਦਾ ਕੌਣ ਜ਼ਿੰਮੇਵਾਰ ਹੈ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਿਹੜੇ ਸਾਡੇ ਪੋਸਟ ਗ੍ਰੈਜੂਏਟ DNB ਸਟੂਡੈਂਟਸ ਹੈਗੇ ਨੇ, ਬਾਕੀ ਸਾਡੇ ਐਮਰਜੈਂਸੀ ਮੈਡੀਕਲ ਆਫਿਸਰਸ ਨੇ ਜਾਂ ਕੁਝ ਸਾਡੇ ਜਿਹੜੇ CHOs ਆਏ ਹੋਏ ਨੇ ਫॉर ਟ੍ਰੇਨਿੰਗ ਪਰਪਸਿਸ, ਉਹਨਾਂ ਸਭ ਨੂੰ ਡਿਊਟੀ 'ਤੇ ਲਗਾ ਕੇ ਬੱਚਿਆਂ ਜਿਹੜੇ ਵੀ ਮਰੀਜ਼ ਜਿਹੜੇ ਵੀ ਆਪਰੇਟ ਕੀਤੇ ਜਾ ਰਹੇ ਨੇ, ਜਿਹੜੀਆਂ ਵੀ ਕੋਈ ਐਮਰਜੈਂਸੀਜ਼ ਹੈ, ਡਿਲੀਵਰੀਜ਼ ਹੈਗੀਆਂ ਨੇ, ਉਹਨਾਂ ਨੂੰ ਪ੍ਰੋਪਰ ਕੇਅਰ ਦੇਣ ਦੀ ਕੋਸ਼ਿਸ਼ ਸਾਡੇ ਹਸਪਤਾਲ ਦੇ ਐਡਮਿਨਿਸਟ੍ਰੇਸ਼ਨ ਤੋਂ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ। ਮੈਮ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਸਟਾਫ ਜਿਹੜਾ ਤੁਹਾਡਾ ਮਤਲਬ ਟ੍ਰੇਨਿੰਗ ਸਟਾਫ ਹੈ ਜਾਂ ਤੁਹਾਡੇ CH ਵਾਲੇ ਜਿਹੜੇ ਸਟਾਫ ਨੇ ਇਹ ਪਰ ਐਮਰਜੈਂਸੀ ਦੇ ਵਿੱਚ ਵੀ ਕੋਈ ਨਰਸਸ ਹੈ ਨਹੀਂ ਅਤੇ ਜਿਹੜਾ ਤੁਹਾਡਾ ਟ੍ਰੇਨਿੰਗ ਸਟਾਫ ਹੈ ਉਹ ਐਮਰਜੈਂਸੀ ਦੇ ਵਿੱਚ ਕਿਵੇਂ ਵਰਕ ਕਰੇਗਾ, ਹੈ ਨਾ? ਕਿਉਂਕਿ ਇਹ ਤਾਂ ਜਿਹੜੀ ਐਮਰਜੈਂਸੀ ਦੇ ਵਿੱਚ ਤਾਂ ਸਿਰਫ ਟ੍ਰੇਨਡ ਹੀ ਸਟਾਫ ਚਾਹੀਦਾ ਹੁੰਦਾ ਹੈ। ਜੇ ਇਹਦਾ ਮਤਲਬ ਇਸ ਤਰ੍ਹਾਂ ਕਿਸੇ 'ਤੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਹੁੰਦੀ ਹੈ ਮੈਮ ਤਾਂ ਫਿਰ ਇਹ ਆਮ ਜਿਹੜਾ ਮਤਲਬ ਪੇਸ਼ੈਂਟ ਹੈ, ਆਮ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਦਾ ਜਿਹੜਾ ਖਾਮਿਆਜਾ ਭੁਗਤਣਾ ਪਏਗਾ। ਤਾਂ ਗਵਰਨਮੈਂਟ ਇਸ ਦੇ ਵਿੱਚ ਮਤਲਬ ਤੁਸੀਂ ਪੂਰੀ ਤਰ੍ਹਾਂ ਇਨਵੋਲਵ ਹੋ, ਗਵਰਨਮੈਂਟ ਇਸ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਮਤਲਬ ਦੇਖਦੇ ਹੋ ਮੈਮ? ਨਹੀਂ, ਤੁਸੀਂ ਆਈ ਵਿਲ ਕਰੈਕਟ ਮਾਈ ਸੈਲਫ, ਜਿਹੜੇ CHOs ਹੁੰਦੇ ਨੇ ਨਾ ਉਹ ਸਟਾਫ ਨਰਸਿਸ ਜਾਂ BMS ਡਾਕਟਰਸ ਹੁੰਦੇ ਨੇ, ਉਹ ਇੰਡੀਪੈਂਡੈਂਟਲੀ ਕੰਮ ਨਹੀਂ ਕਰ ਰਹੇ। ਉਹ ਸਾਡੇ EMOs ਦੇ ਨਾਲ ਅੰਡਰ ਦਾ EMOs ਗਾਈਡੈਂਸ ਅਤੇ ਜਿਹੜਾ ਸਾਡਾ NHM ਦਾ ਸਟਾਫ ਦੀ ਜਿਹੜੀ ਮਤਲਬ ਕਿ ਜਿਹੜੀ ਸਾਡੀ ਰੈਗੂਲਰ ਸਟਾਫ ਦੀ ਕਮੀ ਹੈ ਉਹ ਅੰਡਰ ਸੁਪਰਵਿਜ਼ਨ ਹੀ ਕੰਮ ਕਰ ਰਹੇ ਨੇ। ਮਰੀਜ਼ਾਂ ਨੂੰ ਕਿਸ ਤਰ੍ਹਾਂ ਦਾ ਦੇਖੋ, ਇਹੀ ਅਸੀਂ ਤਾਂ ਇਹੀ ਕਵਾਂਗੇ, ਅਪੀਲ ਕਰ ਸਕਦੇ ਹਾਂ ਕਿ ਇਹਨਾਂ ਦੀ ਜਿਹੜੀਆਂ ਵੀ ਮੰਗਾਂ ਹੈਗੀਆਂ ਨੇ ਅਤੇ ਜਿਹੜਾ ਵੀ ਕੋਈ ਮੈਟਰ ਹੈ ਉਹਨੂੰ ਛੇਤੀ ਰਿਜ਼ੋਲਵ ਕੀਤਾ ਜਾਏ ਤਾਂ ਕਿ ਜਿਹੜੀ ਹੌਸਪੀਟਲ ਦੀ ਨੋਰਮਲ ਵਰਕਿੰਗ ਜਿਹੜੀ ਹੈਗੀ ਹੈ ਉਹ ਸੁਚਾਰੂ ਢੰਗ ਨਾਲ ਚੱਲ ਸਕੇ। ਪਰ ਹਾਲੇ ਤੱਕ ਐਮਰਜੈਂਸੀ ਸਰਵਿਸਿਜ਼ ਅਤੇ ਲੇਬਰ ਰੂਮ ਸਰਵਿਸਿਜ਼ ਅਤੇ ਕੱਲ੍ਹ ਵੀ ਦੇਖੋ ਸਾਡੇ ਹੌਸਪੀਟਲ ਦੇ ਵਿੱਚ 9 ਸਿਜ਼ੇਰੀਅਨ ਸੈਕਸ਼ਨ ਕੀਤੇ ਗਏ। ਸਾਡੇ ਜਿੰਨੇ ਵੀ ਰਿਸੋਰਸਿਸ ਹੈਗੇ ਨੇ ਉਹਨਾਂ ਨੂੰ ਅਸੀਂ ਯੂਟੀਲਾਈਜ਼ ਕਰਕੇ ਵੀ ਆਰ ਟਰਾਈਂਗ ਟੂ ਗਿਵ ਆਰ ਬੈਸਟ। ਪਰ ਜੇ ਛੇਤੀ ਮੈਟਰ ਰਿਜ਼ੋਲਵ ਹੋਏਗਾ ਇਟ ਵਿਲ ਬੀ ਇਨ ਦੀ ਬੈਨੀਫਿਟ ਆਫ ਦਾ ਪਬਲਿਕ ਐਂਡ ਦਾ ਪੇਸ਼ੈਂਟਸ। ਅਤੇ ਡਾਕਟਰ ਸਾਹਿਬ ਜਿਵੇਂ ਕਿ ਪਤਾ ਲੱਗਿਆ ਹੈ ਵੀ ਜਿਹੜੇ ਪ੍ਰਾਈਵੇਟ ਨਰਸਿਸ ਨੇਗੀਆਂ ਮਤਲਬ ਪ੍ਰਾਈਵੇਟ ਠੇਕੇ ਵਾਲੇ ਨੇ ਉਹ ਵੀ ਦੇ ਆਰ ਆਲਸੋ ਗੋਇੰਗ ਟੂ ਔਨ ਸਟ੍ਰਾਈਕ, ਹੈ ਨਾ? ਦੇ ਹੈਵ ਆਲਸੋ ਉਹਨਾਂ ਦੇ ਨਾਲ ਜਿਹੜਾ ਹੈਗਾ ਕੰਮ ਜਿਹੜਾ ਸਾਡਾ ਅਸੀਂ ਮੈਟਰ ਜਿਹੜਾ ਹੈਗਾ ਸਾਰਾ ਮੈਨੇਜ ਕਰ ਰਹੇ ਹਾਂ, ਜੇ ਉਹ ਵੀ ਚਲੇ ਜਾਂਦੇ ਨੇ ਤਾਂ ਫਿਰ ਜ਼ਿਆਦਾ ਦਿੱਕਤ ਆਏਗੀ। ਠੀਕ ਹੈ, ਇੱਕ ਮਿੰਟ। ਇਹ ਸਨ ਡਾਕਟਰ ਆਰਤੀ ਜਿਨ੍ਹਾਂ ਦਾ ਬਿਲਕੁਲ ਕਲੀਅਰ ਕੱਟ ਕਹਿਣਾ ਹੈ ਕਿ ਜਿਹੜੀ ਇਹ ਮੁਸੀਬਤ ਆਈ ਹੈ, ਜਿਹੜੀ ਇਹ ਮਤਲਬ ਹੌਸਪੀਟਲ 'ਤੇ ਆਮ ਬੰਦੇ ਵਾਸਤੇ ਜਿਹੜੀ ਹੈਗੀ ਇਹ ਮਤਲਬ ਕ੍ਰੂਸ਼ੀਅਲ ਪੋਜੀਸ਼ਨ ਹੈ, ਕਿਉਂਕਿ ਜਿਹੜਾ ਪੇਸ਼ੈਂਟ ਬਿਲਕੁਲ ਸੀਰੀਅਸ ਹੈ ਤਾਂ ਉਸ ਨੂੰ ਜਿਹੜੀ ਪ੍ਰਾਇਓਰਟੀ ਬੇਸਿਸ 'ਤੇ ਮੈਡੀਕਲ ਸਰਵਿਸਿਜ਼ ਪ੍ਰੋਵਾਈਡ ਕਰਾਉਣਾ ਉਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਸਰਕਾਰੀ ਨਰਸਾਂ ਦੀ ਹੜਤਾਲ ਤੋਂ ਬਾਅਦ ਦੇਖਦੇ ਹਾਂ ਕਿ ਜਿਹੜੀ ਐਮਰਜੈਂਸੀ ਹੈ ਮਾਤਾ ਕੌਸ਼ਲਿਆ ਹਸਪਤਾਲ ਦੀ ਉਸ 'ਤੇ ਇਸ ਚੀਜ਼ ਦਾ ਕੀ ਪ੍ਰਭਾਵ ਹੈ। ਪੇਸ਼ੈਂਟਸ ਨਾਲ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਵੀ ਹਾਂਜੀ ਉਹਨਾਂ ਨੂੰ ਇਸ ਚੀਜ਼ ਦਾ ਕੀ ਇਸ ਦਾ ਸਾਈਡ ਇਫੈਕਟ ਹੈ ਅਤੇ ਕੀ ਦੇਖ ਸਕਦੇ ਹਾਂ ਕਿ ਇਸ ਸਮੇਂ ਇੱਥੇ ਜਦੋਂ ਕਿ 8-10 ਨਰਸਿਸ ਹੁੰਦੀਆਂ ਨੇ ਹਮੇਸ਼ਾ, ਕੋਈ ਵੀ ਨਰਸ
ਜਿਹੜੀ ਹੈਗੇ ਆ ਨਾ ਸਟਾਫ ਨਰਸ ਨਾ ਕੋਈ ਪ੍ਰਾਈਵੇਟ ਠੇਕੇ ਤੇ ਨਰਸ ਕੋਈ ਵੀ ਇੱਥੇ ਨਹੀਂ ਨਜ਼ਰ ਆ ਰਹੇ। ਇੱਕਾ ਦੁੱਕਾ ਜਿਹੜੇ ਹੈਗੇ ਨੇ ਉਹੀ ਨਰਸਸ ਨਜ਼ਰ ਆ ਰਹੇ ਨੇ। ਪੇਸ਼ੈਂਟਸ ਐਮਰਜੈਂਸੀ ਦੇ ਵਿੱਚ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਮੈਮ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ ਨਰਸਸ ਦੇ ਨਾ ਹੋਣ ਕਰਕੇ? नहीं जी किसी नाल नहीं दिक्कत नहीं आ रही ਨਰਸਸ ਜਿਵੇਂ ਨਹੀਂ ਹੈਗੀਆਂ ਸਿਰਫ ਕੋਈ नहीं जी nurse ਹੈ? आए सन ते आके हुणी गए ने जी ਅੱਛਾ ਠੀਕ ਹੈ। तो मतलब ਤੁਹਾਨੂੰ ਨਹੀਂ ਲੱਗਦਾ ਕਿ ਜੇ ਨਰਸਸ ਨਹੀਂ ਹੋਣ ਤਾਂ ਦਿੱਕਤ ਆਏਗੀ? नहीं जी कोई दिक्कत नहीं आएगी नर्सों को- मतलब कि नर्सों को बिना- हाँ जी आएगी दिक्कत पर हुणी आके हुणी गए ने ਕਹਿੰਦੇ ਆ ਰਹੀ ਦਿੱਕਤ, ਕਹਿੰਦੇ ਨੇ ਵੀ ਕੋਈ ਨਰਸ ਜਿੱਥੇ ਹੈ ਨਹੀਂ ਨਰਸ, ਹਾਂਜੀ ਦਿੱਕਤ ਆ ਰਹੀ ਵੀ ਨਰਸ ਹੈ ਨਹੀਂ। ਓਕੇ, ਮਤਲਬ ਸਾਫ਼ ਤੌਰ ਤੇ ਕਹਿਣਾ ਹੈ ਕਿ ਨਰਸਸ ਨਹੀਂ ਹੈਗੀਆਂ ਤਾਂ ਦਿੱਕਤ ਆ ਰਹੀ ਹੈ। ਤੁਸੀਂ ਆਪਣਾ ਪੇਸ਼ੈਂਟ ਦਿਖਾਉਣ ਆਏ ਸੀਗੇ ਜੀ ਜਾਂ ਤੁਸੀਂ ਆਪਣੇ ਆਪ ਆਏ ਸੀ? ਆਪਣੇ ਬੱਚੇ ਲੈ ਕੇ ਆਏ ਅੱਛਾ, ਤੇ ਫਿਰ ਤਾਂ ਪਰੇਸ਼ਾਨੀ ਆ ਰਹੀ ਹੈ ਨਰਸਸ ਦੇ ਨਾ ਹੋਣਾ ਨਾਲ? ਇਹ ਉਹ ਲੱਗੇ ਨੇ, ਮੇਰੇ ਡਾਕਟਰ ਸਾਹਿਬ ਲੱਗੇ ਨੇ, ਟੀਕੇ ਲਾ ਰਹੇ ਨੇ। ਸੋ ਨਰਸਸ ਦੇ ਨਾ ਹੋਣ ਕਾਰਨ ਸਿਰਫ ਡਾਕਟਰਸ ਹੀ ਨੇ ਜਿਹੜੇ ਕਿ ਉਹ ਆਪਣਾ ਨਰਸਸ ਦੀ ਡਿਊਟੀ ਵੀ ਨਿਭਾ ਰਹੇ ਨੇ, ਤੇ ਪਰੇਸ਼ਾਨੀ ਜਿਹੜੀ ਹੈਗੀ ਆ ਉਹ ਪੇਸ਼ੈਂਟਸ ਨੂੰ ਬੁਰੀ ਤਰ੍ਹਾਂ ਮਤਲਬ ਆ ਰਹੀ ਹੈ ਕਿ ਜਿਹੜਾ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਹੈ ਉਸ ਨੂੰ ਸਿੱਧੇ ਤੌਰ ਤੇ ਆਵਾਜ਼ ਹੈ। ਹੋਰ ਪੇਸ਼ੈਂਟਸ ਨਾਲ ਵਾਰਡ ਦੇ ਵਿੱਚ ਜਾ ਕੇ ਗੱਲ ਕਰਾਂਗੇ ਕਿ ਉਹ ਕਿਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਐਮਰਜੈਂਸੀ ਦੇ ਵਿੱਚ ਜਿਹੜੇ ਤਾਇਨਾਤ ਨੇ ਡਾਕਟਰ, ਉਹਨਾਂ ਨਾਲ ਗੱਲ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਉਹਨਾਂ ਨੂੰ ਨਰਸਸ ਸਟਾਫ ਨਾ ਹੋਣ ਕਾਰਨ ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਸਟਾਫ ਦੇ ਛੁੱਟੀ ਤੇ ਜਾਣ ਤੇ, ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਜੀ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਜਿਹੜੀ ਨਰਸਿਸ ਹੈ ਉਹ ਸਾਡੇ ਹੱਥ, ਕੰਨ, ਅੱਖਾਂ ਸਾਡੇ ਲਈ ਬਹੁਤ ਵੱਡਾ ਸਪੋਰਟ ਸਿਸਟਮ ਨੇ, ਠੀਕ ਹੈ। ਉਹਨਾਂ ਬਿਨਾਂ ਸਾਡਾ ਨਹੀਂ ਚੱਲ ਸਕਦਾ, ਠੀਕ ਹੈ। ਅਤੇ ਇਸ ਕਰਕੇ ਸਰਕਾਰ ਨੂੰ ਇਹੀ ਗੁਜ਼ਾਰਿਸ਼ ਹੈ ਕਿ ਜਲਦੀ ਉਹਨਾਂ ਦੀ ਮੰਗਾਂ ਸੁਣ ਲੈਣ ਤਾਂ ਕਿ ਸਾਡਾ ਨੋਰਮਲ ਰੂਟੀਨ 'ਚ ਵਰਕ ਆ ਜਾਵੇ। ਵਰਕਲੋਡ ਬਹੁਤ ਜ਼ਿਆਦਾ ਵਧਿਆ ਹੋਇਆ ਹੈ, ਅਸੀਂ ਬਹੁਤ ਔਖਾ ਟਾਈਮ ਕੱਢ ਰਹੇ ਹਾਂ। ਪੇਸ਼ੈਂਟਸ ਲਈ ਵੀ ਪਰੇਸ਼ਾਨੀ ਹੈ, ਸਾਡੇ ਲਈ ਵੀ ਪਰੇਸ਼ਾਨੀ ਹੈ। ਡਾਕਟਰ ਸਾਹਿਬ ਜੀ, ਇਨ ਦਾ ਮੇਨ ਟਾਈਮ ਹੁਣ ਜਿਵੇਂ ਨਰਸਸ ਹੈ ਨਹੀਂ ਪਿਛਲੇ 3 ਦਿਨ ਤੋਂ, ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਤਲਬ ਅਨਵਾਂਟਡ ਜਿਹੜੀ ਹੈਗੀ ਹੈ ਕੋਈ ਟ੍ਰੈਜਡੀ ਆਈ ਹੈ ਸਾਹਮਣੇ ਜੀ? ਅਸੀਂ ਤਾਂ ਜੀ ਆਪਣੇ ਵੱਲੋਂ ਪੂਰੇ ਐਫਰਟਸ ਪਾ ਰਹੇ ਹਾਂ ਕਿ ਕੋਈ ਇੱਦਾਂ ਦੀ ਦਿੱਕਤ ਨਾ ਆਵੇ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋ ਹੀ ਜਾਂਦੀ ਹੈ, ਔਖਾ ਹੋ ਹੀ ਜਾਂਦਾ ਹੈ, ਕਿਉਂਕਿ ਇੱਕ ਡਾਕਟਰ ਹਰ ਜਗ੍ਹਾ ਨਹੀਂ ਹੋ ਸਕਦਾ, ਵਾਰਡਸ ਦੇ ਵਿੱਚ ਨਹੀਂ ਹੋ ਸਕਦਾ ਹੈਗਾ, ਇਸ ਕਰਕੇ ਹੋਰ ਤਾਂ ਇੱਦਾਂ ਦਾ ਕੁਛ ਨਹੀਂ। ਡਾਕਟਰ ਸਾਹਿਬ, ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਗਵਰਨਮੈਂਟ ਡਾਕਟਰਸ ਨੇ ਉਹ ਤੇ ਗਵਰਨਮੈਂਟ ਜਿਹੜੇ ਨਰਸਿੰਗ ਸਟਾਫ ਹੈ ਉਹ ਐਕਸਪੀਰੀਅੰਸਡ ਹੁੰਦੇ ਨੇ, ਪਰ ਜਿਹੜਾ ਹੁਣ ਤੁਸੀਂ ਐਮਰਜੈਂਸੀ ਦੇ ਵਿੱਚ ਜਿਹੜਾ ਤੁਸੀਂ ਸਟਾਫ ਲਗਾਇਆ ਹੈ ਉਹ ਤਾਂ ਠੇਕੇ ਵਾਲਾ ਸਟਾਫ ਹੈ, ਤੇ ਉਹ ਜਿਹੜੇ ਬੱਚੇ ਪੜ੍ਹਨ ਵਾਲੇ ਬੱਚੇ ਨੇ, ਨਰਸਿੰਗ ਦੀ ਜਿਹੜੀ ਟ੍ਰੇਨਿੰਗ ਲੈ ਰਹੇ ਨੇ ਉਹ ਬੱਚੇ ਨੇ, ਤੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਆਪਾਂ ਪੇਸ਼ੈਂਟਸ ਦੇ ਨਾਲ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਮਤਲਬ ਇਸ ਤਰ੍ਹਾਂ ਦੇ ਟ੍ਰੇਨਿੰਗ ਨੂੰ ਉਹਨੂੰ ਨਾਲ ਲਗਾਵਾਂਗੇ ਤਾਂ ਐਮਰਜੈਂਸੀ ਦੇ ਵਿੱਚ ਆਇਆ ਉਹਨੂੰ ਟ੍ਰੇਨਡ ਜਿਹੜੇ ਅਨਟ੍ਰੇਨਡ ਬੰਦਿਆਂ ਦੇ ਆਪਾਂ ਹਵਾਲੇ ਕਰਾਂਗੇ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੋ ਸਕਦੀ ਹੈ? ਇਹਦੇ ਤੇ ਨੋ ਕਮੈਂਟਸ ਜੀ, ਹੁਣ ਕੀ ਕੀਤਾ ਜਾ ਸਕਦਾ ਹੈ। ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਦੇ ਰਹੇ ਹਾਂ ਜੀ, ਠੀਕ ਹੈ। ਜਿੰਨਾ ਸਾਡਾ ਸਟਾਫ ਜਿੰਨੇ ਹੈਗੇ ਆ, ਸਾਡੇ ਸਟੂਡੈਂਟਸ ਸਾਡੀ ਬਹੁਤ ਹੈਲਪ ਕਰ ਰਹੇ ਨੇ, ਅਸੀਂ ਬੈਸਟ ਐਫਰਟਸ ਦੇ ਰਹੇ ਹਾਂ। ਡਾਕਟਰਸ, ਸਾਡੇ ਸਪੈਸ਼ਲਿਸਟ ਸਾਰੇ ਬੈਸਟ ਐਫਰਟਸ ਦੇ ਰਹੇ ਹਨ ਜਿੰਨਾ ਕੁ ਅਸੀਂ ਕਰ ਸਕਦੇ ਹਾਂ। ਬਟ ਹਾਂ, ਸਿਸਟਰਸ ਬਿਨਾਂ ਸਾਡਾ ਨਹੀਂ ਚੱਲ ਸਕਦਾ ਸਮੂਥਲੀ, ਸਿਸਟਰਸ ਜ਼ਰੂਰੀ ਹੀ ਹੈ। ਸੋ ਇਸ ਐਮਰਜੈਂਸੀ ਦੇ ਵਿੱਚ ਮਾਤਾ ਸ਼ੈਲਿਆ ਹਸਪੀਟਲ ਦੇ ਡਾਕਟਰ ਜਿਹੜੇ ਕਿ ਬਿਲਕੁਲ ਪਰੇਸ਼ਾਨ ਨੇ, ਉਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੀ ਗਵਰਨਮੈਂਟ ਨੂੰ ਇੰਟਰਵੀਨ ਕਰਕੇ ਜਲਦ ਤੋਂ ਜਲਦ ਜਿਹੜੀ ਇਹ ਸਮੱਸਿਆ ਉਹਨੂੰ ਸੌਰਟ ਆਊਟ ਕਰਨਾ ਚਾਹੀਦਾ ਹੈ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਅਨਵਾਂਟਡ ਜਿਹੜੀ ਟ੍ਰੈਜਡੀ ਆ ਉਹ ਕਿਸੇ ਵੀ ਸਮੇਂ ਵਾਪਰ ਸਕਦੀ ਹੈ, ਕਿਉਂਕਿ ਜਿਹੜਾ ਕਿ ਸਟਾਫ ਹੁਣ ਇਹਨਾਂ ਨੇ ਲਗਾਇਆ ਐਮਰਜੈਂਸੀ ਦੇ ਵਿੱਚ ਉਹ ਇੱਕ ਟ੍ਰੇਨਿੰਗ ਨਰਸਸ ਨੇਗੀਆਂ ਜਿਨ੍ਹਾਂ ਨੂੰ ਕਿ ਇੰਨਾ ਐਕਸਪੀਰੀਅੰਸ ਨਹੀਂ ਹੁੰਦਾ। ਸੋ ਜਿਹੜੀ ਕਿ ਸਿਸਟਰਸ ਨੇ ਜਿਨ੍ਹਾਂ ਨੂੰ ਕਿ ਪਿਛਲਾ ਕਾਫੀ ਐਕਸਪੀਰੀਅੰਸ ਹੈ, ਉਹਨਾਂ ਦਾ ਹੋਣਾ ਮਰੀਜ਼ਾਂ ਦੇ ਨਾਲ ਬਹੁਤ ਜ਼ਰੂਰੀ ਹੈ। ਸੋ ਗਵਰਨਮੈਂਟ ਨੂੰ ਕਿਸੇ ਵੀ ਤਰ੍ਹਾਂ ਇੰਟਰਵੀਨ ਕਰਕੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਸੌਰਟ ਆਊਟ ਕਰਨਾ ਬਣਦਾ ਹੈ। ਇਹ ਸਿੱਧੇ ਤੌਰ ਤੇ ਡਾਕਟਰਸ ਜਿਹੜੇ ਐਮਰਜੈਂਸੀ ਦੇ ਵਿੱਚ ਵੀ ਹਨ ਉਹਨਾਂ ਦਾ ਵੀ ਕਹਿਣਾ ਹੈ। ਗਵਰਨਮੈਂਟ ਨਰਸਸ ਦੀ ਹੜਤਾਲ ਤੋਂ ਬਾਅਦ ਗੱਲ ਕਰਦੇ ਹਾਂ ਜਿਹੜੇ MS ਸੰਦੀਪ ਕੌਰ ਮੈਮ ਨੇ, ਉਹਨਾਂ ਦੀ ਗੈਰ ਹਾਜ਼ਰੀ ਤੋਂ ਬਾਅਦ ਡਾਕਟਰ ਰਜਿੰਦਰ ਗੋਇਲ ਨੇ ਜਿਹੜੇ ਕਿ ਮਾਤਾ ਸ਼ੈਲਿਆ ਹਸਪੀਟਲ ਨੂੰ ਦੀ ਦੇਖ ਰੇਖ ਕਰਦੇ ਨੇ, ਉਹਨਾਂ ਨੂੰ ਪੁੱਛਦੇ ਹਾਂ ਕਿ ਜੋ ਇਹ ਹੜਤਾਲ ਹੋ ਰਹੀ ਹੈ ਉਸ ਦਾ ਹਸਪੀਟਲ 'ਤੇ ਕੀ ਇਫੈਕਟ ਪੈਂਦਾ ਹੈ। ਹਾਂਜੀ ਡਾਕਟਰ ਸਾਹਿਬ, ਕੀ ਕਹੋਗੇ ਇਸ ਦੇ ਬਾਰੇ? ਜਿਹੜੀ ਇਹ ਹੜਤਾਲ ਚੱਲ ਰਹੀ ਹੈ ਇਹ ਕਿਸ ਤਰ੍ਹਾਂ ਦਾ ਮਤਲਬ ਹਸਪੀਟਲ ਦਾ ਇਸ ਦਾ ਕੀ ਡਰਾਬੈਕ ਹੋਏਗਾ ਜੀ? ਹਸਪਤਾਲ ਦੀ ਜਿਹੜੀ ਵਰਕਿੰਗ ਹੈ ਉਹਦੇ ਵਿੱਚ ਸਟਾਫ ਨਰਸਿਸ ਦਾ ਬਹੁਤ ਹੀ ਅਹਿਮ ਯੋਗਦਾਨ ਹੁੰਦਾ। ਬਹੁਤ ਸਾਰੇ ਤਰ੍ਹਾਂ ਦੇ ਜਿਹੜੇ
ਹਸਪੀਟਲ ਦੀ ਮਰੀਜ਼ਾਂ ਦੀ ਦੇਖਭਾਲ ਦੀ ਐਕਟੀਵਿਟੀਜ਼ ਹੈ ਉਹ ਨਰਸਿੰਗ ਸਟਾਫ ਹੀ ਬਾਖੂਬੀ ਨਿਭਾਉਂਦਾ ਹੈ। ਇਹਨਾਂ ਦੇ ਹੜਤਾਲ 'ਤੇ ਜਾਣ ਨਾਲ ਇਹ ਲਾਜ਼ਮੀ ਹੈ ਕਿ ਜਿਹੜੇ ਕੰਮ ਇਹਨਾਂ ਦੀ ਦੇਖ ਰੇਖ 'ਚ ਚੱਲਦੇ ਨੇ ਉਹਨਾਂ 'ਤੇ ਅਸਰ ਪੈਣਾ ਜ਼ਰੂਰੀ ਹੈ, ਲਾਜ਼ਮੀ ਹੈ, ਪੈ ਰਿਹਾ। ਔਰ ਸਰਕਾਰ ਨੇ ਆਪਣੇ ਅਸੀਂ ਤਾਂ ਇਹੀ ਕਹਾਂਗੇ ਕਿ ਸਰਕਾਰ ਦੇ ਜਿਹੜੇ ਸਾਡੇ ਸਰਕਾਰ ਦੇ ਅਹੁਦੇਦਾਰ ਜਾਂ ਜਿਹੜੇ ਸਾਡੇ ਅਫਸਰ ਸਾਹਿਬਾਨ ਜਿਹੜੀਆਂ ਵੀ ਇਹਨਾਂ ਨੂੰ ਬੁਲਾ ਕੇ ਇਹਨਾਂ ਨਾਲ ਗੱਲ ਕਰਕੇ ਜਿਹੜੀਆਂ ਵੀ ਇਹਨਾਂ ਦੀਆਂ ਕੋਈ ਮੰਗਾਂ ਮੰਨਣ ਯੋਗ ਹਨ ਉਹਨਾਂ ਨੂੰ ਜਲਦੀ ਨਿਪਟਾਉਣ ਤਾਂ ਬਹੁਤ ਬਹੁਤ ਮਿਹਰਬਾਨੀ ਹੋਏਗੀ, ਕਿਉਂਕਿ ਅਗਰ ਹੜਤਾਲ ਲੰਬੀ ਜਾਂਦੀ ਹੈ ਤਾਂ ਕੁਦਰਤੀ ਗੱਲ ਹੈ ਕਿ ਹਸਪਤਾਲ ਦਾ ਕੰਮਕਾਜ ਜ਼ਰੂਰ ਪ੍ਰਭਾਵਿਤ ਹੋਏਗਾ। ਡਾਕਟਰ ਸਾਹਿਬ, ਜੇ ਇਨ ਦਾ ਮੀਨ ਟਾਈਮ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਜਿਹੜੀ ਇਸ ਦੀ ਲਾਇਬਿਲਿਟੀ ਹੈ ਉਹ ਕਿਸ ਦੀ ਮੰਨੀ ਜਾਏਗੀ? ਦੇਖੋ, ਕਿਸੇ ਵੀ ਮੁਲਾਜ਼ਮ ਦਾ ਜਿਹੜਾ ਹੜਤਾਲ ਕਰਨਾ ਹੈਗਾ, ਮੁਲਾਜ਼ਮ ਜਥੇਬੰਦੀਆਂ ਜਦੋਂ ਕਾਲ ਕਰਦੀਆਂ ਉਹ ਆਪਣੀ ਹੜਤਾਲ ਕਰ ਸਕਦੇ ਆ। ਉਹ ਬਕਾਇਦਾ ਜੋ ਜਿੰਨਾ ਕੁ ਮੈਨੂੰ ਪਤਾ ਹੈ ਕਿ ਇਹਨਾਂ ਨੇ ਨੋਟਿਸ ਦੇ ਕੇ ਹੜਤਾਲ ਕੀਤੀ ਹੈ। ਜਿੱਥੋਂ ਤੱਕ ਸਵਾਲ ਹੈਗਾ ਕਿ ਜੇ ਇਹ ਲੋਕ ਅਹਿਮ ਨੇ ਤਾਂ ਹੀ ਇਹ ਡਿਊਟੀ ਕਰ ਰਹੇ ਨੇ, ਤਾਂ ਅਗਰ ਕੁਛ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਕੁਦਰਤੀ ਗੱਲ ਹੈ ਕਿ ਇਹਨਾਂ ਦੀ ਕਮੀ ਕਾਰਨ ਜੇ ਕੋਈ ਇਹਨਾਂ ਦੀ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਕੁਦਰਤੀ ਗੱਲ ਹੈ ਕਿ ਮਰੀਜ਼ਾਂ ਦਾ ਨੁਕਸਾਨ ਤਾਂ ਹੈ ਹੀ। ਡਾਕਟਰ ਸਾਹਿਬ, ਇਹ ਸੁਣਨ 'ਚ ਆ ਰਿਹਾ ਕਿ ਕੱਲ੍ਹ ਤੋਂ ਜਿਹੜਾ ਪ੍ਰਾਈਵੇਟ ਕੈਡਰ ਹੈ, ਪ੍ਰਾਈਵੇਟ ਨਰਸਿਸ ਨੇਗੀਆਂ ਅਤੇ HIV ਕਾਊਂਸਲਰਸ ਨੇ, ਜਿਵੇਂ ਹੋਰ ਤੁਹਾਡੇ ਲੈਬ ਟੈਕਨੀਸ਼ੀਅਨਸ ਨੇ, ਉਹ ਵੀ ਕੱਲ੍ਹ ਤੋਂ ਆਪਣੇ ਆਪ ਨੂੰ ਰੈਗੂਲਰ ਕਰਾਉਣ ਲਈ ਜਾ ਰਹੇ ਨੇਗੇ ਹੜਤਾਲ 'ਤੇ। ਸੋ ਤੁਸੀਂ ਕੀ ਕਹੋਗੇ, ਜਦੋਂ ਸਾਰਾ ਹੀ ਮਤਲਬ ਜਿਹੜਾ ਹੈਲਪਿੰਗ ਸਟਾਫ ਹੈ ਉਹ ਚਲਾ ਜਾਏਗਾ ਤਾਂ ਡਾਕਟਰਸ ਨੂੰ ਜਿਹੜੀ ਕਿਸ ਤਰ੍ਹਾਂ ਦੀ ਮਤਲਬ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ? ਡਾਕਟਰ ਸਾਹਿਬ ਦੇਖੋ, ਬਾਕੀ ਸਟਾਫ ਦੇ ਹੜਤਾਲ 'ਤੇ ਜਾਣ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ, ਮੈਨੂੰ ਨਹੀਂ ਪਤਾ ਹੈ, ਕਿਉਂਕਿ ਇਸ ਤਰ੍ਹਾਂ ਦੀ ਮੇਰੀ ਨਜ਼ਰ 'ਚ ਤਾਂ ਕੋਈ ਹੈ ਨਹੀਂ ਖਬਰ ਕਿ ਕੋਈ ਬਾਕੀ ਸਟਾਫ ਜਾ ਰਿਹਾ। ਜਿੱਥੋਂ ਤੱਕ ਸਵਾਲ ਹੈ, ਸਰਕਾਰ ਨੇ ਦੇ ਆਪਣੇ ਮਾਪਦੰਡ ਹੈ ਜਿਨ੍ਹਾਂ ਦੇ ਬੇਸ 'ਤੇ ਉਹਨਾਂ ਨੇ ਇਹ ਦੇਖਣਾ ਕਿ ਮੰਗ ਜਾਇਜ਼ ਹੈ ਕਿ ਨਹੀਂ ਹੈ। ਸਰਕਾਰ ਇਹ ਨਹੀਂ ਹੋ ਸਕਦਾ ਕਿ ਸਰਕਾਰ ਇਹਨਾਂ ਦੀ ਗੱਲ ਨਾ ਸੁਣ ਰਹੀ ਹੋਵੇ। ਜਿੱਥੋਂ ਮੈਨੂੰ ਜਿੰਨਾ ਕੁ ਪਤਾ ਹੈ ਕਿ ਇਹਨਾਂ ਦੀਆਂ ਰੋਜ਼ ਉੱਪਰ ਉੱਚ ਅਧਿਕਾਰੀਆਂ ਨਾਲ ਮੀਟਿੰਗਸ ਹੋ ਰਹੀਆਂ, ਠੀਕ ਹੈ ਨਾ, ਔਰ ਸਮਝਦਾਰ ਹੈਗੇ ਸਾਡੇ ਉੱਚ ਅਧਿਕਾਰੀ ਬਹੁਤ ਜ਼ਿਆਦਾ, ਜ਼ਰੂਰ ਕੋਈ ਨਾ ਕੋਈ ਜਿਹੜਾ ਇਹਦਾ ਜਲਦੀ ਅਤੇ ਜ਼ਰੂਰ ਕੋਈ ਨਾ ਕੋਈ ਜ਼ਰੂਰ ਇਹਦਾ ਹੱਲ ਕੱਢਣਗੇ। ਸੋ ਇਹ ਹਨ ਮਾਤਾ ਕੌਸ਼ਲਿਆ ਹਸਪੀਟਲ ਦੇ ਡਾਕਟਰ ਰਜਿੰਦਰ ਗੋਇਲ, ਜੋ ਕਿ ਸਰਜਰੀ ਦੇ ਡਾਕਟਰ ਨੇ ਅਤੇ ਬਹੁਤ ਹੀ ਸੀਨੀਅਰ ਮੋਸਟ ਡਾਕਟਰ ਨੇ ਮਾਤਾ ਕੌਸ਼ਲਿਆ ਹਸਪੀਟਲ ਦੇ। ਅਤੇ ਇਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਜੇ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਨਰਸਿਸ ਦੀਆਂ, ਤਾਂ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਇਹ ਮੰਗਾਂ ਮੰਨਣੀਆਂ ਚਾਹੀਦੀਆਂ ਨੇ। ਇਸ ਤੋਂ ਪਹਿਲਾਂ ਕਿ ਕੋਈ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਹੋਵੇ ਤਾਂ ਜਿਹੜੀਆਂ ਮੰਗਾਂ ਨੇ ਉਹ ਮੰਨ ਕੇ ਉਹਨਾਂ ਨੂੰ ਇਸ ਮੈਟਰ ਨੂੰ ਸੌਰਟ ਆਊਟ ਕਰਨਾ ਚਾਹੀਦਾ ਹੈ। ਵੀਡੀਓ ਜਰਨਲਿਸਟ ਨਰੇਸ਼ ਦੇ ਨਾਲ ਪਵਨ ਸਿੰਗਲਾ, ਨਿਊਜ਼ ਫਟਾਫਟ।